ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇ ਘਰੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਗੁਰਜਿੰਦਰ ਜੀ। ਜੀ ਪਰਮਿੰਦਰ ਜੀ, ਸਿਕਿਉਰਿਟੀ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ, ਬਾਬਿਆਂ ਦੀ, ਡੇਰੇ ਦੇ ਸਾਧਾਂ ਦੀ ਤੇ ਹੋਰ ਵੱਡੀ ਵੱਡੀ ਧਾਰਮਿਕ ਸ਼ਖਸੀਅਤਾਂ ਦੀ ਸਿਕਿਉਰਿਟੀ ਵਾਪਸ ਲੈਣ ਨੂੰ ਲੈ ਕੇ ਜੋ ਸਰਕਾਰ ਦੇ ਇੱਕ ਤਾਂ ਫੈਸਲੇ ਨੇ, ਦੂਜਾ ਜੋ ਇਹਨਾਂ ਤੇ ਪ੍ਰਤੀਕਰਮ ਨੇ, ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ? ਦੇਖੋ, ਜਿਹੜੀਆਂ ਸ਼ਖਸੀਅਤਾਂ ਜਿੱਦਾਂ ਆਪਾਂ ਆਮ ਕਹਿ ਦਈਏ VIP ਸਿਕਿਉਰਿਟੀ ਜੀ, ਉਹ ਤੋਂ ਉੱਪਰ ਅੱਗੇ ਜਾ ਕੇ Y+Z ਇਹ ਬੋਲਦਾ ਹੈ ਨਾ, Z++ ਇੱਦਾਂ ਕੁਝ ਚੱਲੀ ਜਾਂਦਾ। ਸਿਕਿਉਰਿਟੀਆਂ ਦੇ ਵੀ ਕੈਟਾਗਰੀਜ਼ ਬਣਾਈਆਂ ਹੋਈਆਂ ਨੇ। ਜੇ ਗੱਲ ਕਰਦੇ ਹਾਂ ਕਿ ਕਿਸੇ ਨੂੰ ਜਾਨ ਦਾ ਖਤਰਾ ਹੈ, ਕਿਸੇ ਨੂੰ ਮਾਲ ਦਾ ਖਤਰਾ ਹੈ, ਕਿਸੇ ਨੂੰ ਸਿਕਿਉਰਿਟੀ ਦੀ ਲੋੜ ਹੈ, ਉਹ ਪਰਪਸ ਹੁੰਦੇ ਨੇ ਕਿ ਭਾਈ ਇਹਨੇ ਕੋਈ ਦੇਸ਼ ਵਾਸਤੇ ਬਹੁਤ ਵੱਡਾ ਕੰਮ ਕੀਤਾ ਹੈ ਤੇ ਇਸ ਨੂੰ ਬਾਹਰੀ ਤਾਕਤਾਂ ਕੀ ਅੰਦਰੂਨੀ ਜਿਹੜੇ ਦੇਸ਼ ਦੇ ਵਿੱਚ ਕਲਾ ਕਲੇਸ਼ ਕਰਨ ਵਾਲੇ ਹੁੰਦੇ ਨੇ ਜਾਂ ਦੇਸ਼ ਦਾ ਨੁਕਸਾਨ ਕਰਨ ਵਾਲੇ ਜਾਂ ਅੰਦਰ ਬੈਠੇ ਹੁੰਦੇ ਨੇ, ਮਤਲਬ ਕਹਿ ਲਓ ਕਿ ਬਾਹਰੀ ਤਾਕਤਾਂ ਦੇ ਸੰਪਰਕ 'ਚ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਇਸ ਨਾਲ ਸਾਡੇ ਸੰਗਠਨ ਨੂੰ, ਸਾਡੀ ਜਥੇਬੰਦੀ ਨੂੰ ਜਾਂ ਸਾਡੇ ਕੰਮ ਨੂੰ ਨੁਕਸਾਨ ਪਹੁੰਚਣਾ ਹੈ, ਇਹਨੇ ਸਾਨੂੰ ਪ੍ਰਭਾਵਿਤ ਕਰਨਾ ਹੈ, ਸਾਨੂੰ ਖਤਰਾ ਹੈ, ਉਹ ਬੰਦੇ ਦੀ ਜਾਨ ਦਾ ਖਤਰਾ ਬਣਿਆ ਰਹਿੰਦਾ ਕਿ ਉਹ ਬੰਦਾ ਦੇਸ਼ ਲਈ ਲੜ ਰਿਹਾ ਹੈ, ਦੇਸ਼ ਲਈ ਕੰਮ ਕਰ ਰਿਹਾ, ਦੇਸ਼ ਦੀ ਸੁਰੱਖਿਆ 'ਤੇ ਕੰਮ ਕਰ ਰਿਹਾ, ਦੇਸ਼ ਦੇ ਲਈ ਕੋਈ ਖੋਜ ਕਰ ਰਿਹਾ ਹੈ, ਕੋਈ ਕਿਸੇ ਤਰ੍ਹਾਂ ਜਿੱਦਾਂ ਮਿਜ਼ਾਈਲਾਂ ਦੀ ਖੋਜ ਹੈ ਜਾਂ ਵਿਗਿਆਨੀ ਨੇ ਜਿਹੜੇ ਵੱਡੀਆਂ ਵੱਡੀਆਂ ਖੋਜਾਂ ਕਰਦੇ ਨੇ ਜਾਂ ਜਿੱਦਾਂ ਵੀ ਹੁੰਦਾ ਕਿ ਜਾਣੀ ਕਿ ਜਿਹੜਾ ਭਲੇ ਦਾ ਕੰਮ ਕਰਨ ਵਾਲਾ ਦੇਸ਼ ਦੇ ਲਈ ਉਹਨੂੰ ਖਤਰਾ ਹੋ ਸਕਦਾ ਕਿ ਉਹ ਸਰਚ ਹੈ ਜਿਹੜੀ ਜਾਂ ਖੋਜ ਹੈ ਜਾਂ ਜਿਹਦੇ 'ਤੇ ਕੰਮ ਕਰ ਰਿਹਾ ਜਾਂ ਚਾਹੇ ਜਸੂਸੀ ਕਰ ਰਿਹਾ, ਉਹਦੇ ਦੇ ਉੱਤੇ ਕੋਈ ਵਿਚਾਰੇ ਤੇ ਜਾਨ ਦਾ ਉਹਦੇ 'ਤੇ ਖਤਰਾ ਨਾ ਹੋ ਜਾਏ। ਇਹਦੀ ਜਾਨ ਕੀਮਤੀ ਹੈ, ਇਹਨੂੰ ਬਚਾ ਕੇ ਰੱਖਣਾ ਇਹ ਦੇਸ਼ ਦੇ ਲਈ ਬਹੁਤ 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 ਮਹੱਤਵਪੂਰਨ ਹੈ ਜੀ। ਇਹਦੇ ਨਾਲ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਦੌੜੇਗਾ। ਉੱਥੇ ਤਾਂ ਆਪਾਂ ਮੰਨਦੇ ਕਿ ਸਿਕਿਉਰਿਟੀ ਦੀ ਜਾਂ ਇਹ ਕੈਟਾਗਰੀਜ਼ ਦੀ ਲੋੜ ਹੁੰਦੀ ਹੈ। ਹੁਣ ਜਣਾ ਖਣਾ ਸ਼ਿਵ ਸੈਨਾ ਵਾਲੇ ਹੋ ਗਏ, ਡੇਰਿਆਂ ਦੇ ਮੁਖੀ ਸਾਧ ਹੋ ਗਏ, ਉਹਨਾਂ ਨੂੰ ਇੱਕ ਪਾਸੇ ਤਾਂ ਇਹ ਕਹਿੰਦੇ ਕਿ ਅਸੀਂ ਬੜਾ ਦੇਸ਼ ਦੇ ਲਈ ਅਸੀਂ ਕੰਮ ਕਰ ਰਹੇ ਹਾਂ, ਵੰਡ ਪਾਉਂਦੇ ਆ ਵਿਰੋਧੀ ਜਿਹੜੀਆਂ ਕਿਸੇ ਨਾਲ ਭਾਵਨਾਵਾਂ ਭੜਕਦੀਆਂ ਨੇ, ਜੇ ਕਿਸੇ ਨਾਲ ਉਹ ਬਿਆਨ ਦਿੰਦੇ ਆ ਇਹ ਹੈ ਨਾ, ਆਪਸੀ ਪਾੜਾ ਪਾਉਂਦੇ ਆ। ਇਹਨਾਂ ਨੂੰ ਕਾਹਦਾ ਖਤਰਾ ਵੀ? ਇਹਨਾਂ ਨੂੰ ਕਿਸੇ ਨਾਲ ਇਹਨਾਂ ਨੂੰ ਐਂ ਕਹਿ ਲਓ ਕਿ ਸਿਕਿਉਰਿਟੀ ਦੀ ਲੋੜ ਥੋੜ੍ਹੀ ਹੈ, ਇਹਨਾਂ ਨੂੰ ਤਾਂ ਜੇਲ੍ਹਾਂ ਦੇ ਵਿੱਚ ਹੋਣਾ ਚਾਹੀਦਾ ਸੀਗਾ ਜਿਹੜੇ ਇੱਦਾਂ ਦੇ ਬਿਆਨ ਦੇ ਕੇ ਸਮਾਜ ਦੇ ਵਿੱਚ ਪਾੜੇ ਪਾਉਂਦੇ ਆ ਜਾਂ ਸਮਾਜ ਨੂੰ ਲੜਾਉਂਦੇ ਆ ਜਾਂ ਦੰਗੇ ਕਰਵਾਉਂਦੇ ਆ ਜਾਂ ਆਪ ਹਥਿਆਰ ਚੱਕ ਕੇ ਦੌੜਦੇ ਆ। ਇਹਨਾਂ ਦੇ ਉੱਤੇ ਪਰਚੇ ਹੋਣੇ ਚਾਹੀਦੇ ਨੇ, ਇਹਨਾਂ ਨੂੰ ਸਿਕਿਉਰਿਟੀ ਲੋੜ ਨਹੀਂ। ਦੂਜੇ ਰਹੇ ਡੇਰਾ ਮੁਖੀ ਜਿਹੜੇ ਬਾਬਿਆਂ ਦੀ ਗੱਲ ਕਰਦੇ ਹੋ ਤੁਸੀਂ, ਜਿਹਨੂੰ ਜਿਹੜੇ ਰੱਬ ਦੀ ਗੱਲ ਕਰਦੇ ਨੇ, ਰੱਬ ਦੇ ਰਾਹ ਦਿਖਾਉਂਦੇ ਨੇ, ਸੁਰਗਾਂ 'ਚ ਲੈ ਕੇ ਜਾਂਦੇ ਨੇ, ਲੋਕਾਂ ਦੇ ਪਾਪ ਕੱਟਦੇ ਨੇ, ਲੋਕਾਂ ਦੀਆਂ ਜਾਨਾਂ ਤੱਕ ਬਚਾਉਂਦੇ ਨੇ ਜੀ। ਬਚਾਉਂਦੇ ਨੇ ਕਿ ਨਹੀਂ? ਕਿ ਤੈਨੂੰ ਫਲਾਣੀ ਦਾ ਪ੍ਰੇਤ ਦਾ, ਤੈਨੂੰ ਫਲਾਣੇ ਦਾ ਕੁਛ ਨੇ ਟੂਣਾ ਕਰਤਾ ਜਾਂ ਤੈਨੂੰ ਫਲਾਣਾ ਪਾਪ ਲੱਗ ਗਿਆ, ਤੇਰਾ ਪਾਪ ਧੋ ਦਾਂਗੇ, ਤੇਰਾ ਫਲਾਣਾ ਵਿਰੋਧੀ ਹੈ, ਤੇਰੀ ਜਾਨ ਨੂੰ ਖਤਰਾ, ਅਸੀਂ ਬਚਾਵਾਂਗੇ, ਆਹ ਚੀਜ਼ ਹੈ, ਆਹ ਬੰਨ ਲੈ, ਆਹ ਖਾ ਲੈ, ਇਹ ਕਰ ਲੈ, ਉਹ ਕਰ ਲੈ, ਇੱਦਾਂ ਹਵਨ ਕਰਨ ਵਾਲਾ ਜਾਂ ਸਾਡੇ ਪੈਰਾਂ 'ਚ ਮੱਥਾ ਟੇਕਦੇ, ਸਾਡੀ ਸ਼ਰਨ 'ਚ। ਉਹਨਾਂ ਨੂੰ ਕਾਹਦਾ ਖਤਰਾ ਹੈ? ਉਹ ਤਾਂ ਰੱਬ ਦਾ ਰਾਹ ਦਿਖਾਉਂਦੇ ਨੇ। ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਮੈਨੂੰ ਮਾਰ ਨਾ ਰਿਹਾ ਬੰਦਾ, ਮੈਂ ਬਚ ਜਾ। ਉਹ ਜਿਹੜੇ ਧਾਗੇ ਤਬੀਤ ਹੋਰ ਟੂਣੇ ਟਾਮਣ ਜਾਂ ਹਵਨ ਵਗੈਰਾ ਜਾਂ ਹੋਰ ਚਾਹੇ ਕੋਈ ਆ ਪਾਠ ਪੂਜਾ ਕਰਦੇ ਨੇ, ਉਹ ਆਪਣੇ ਲਈ ਕਰ ਲੈਣ। ਉਹਨਾਂ ਨੂੰ ਕਾਹਦੀ ਸਿਕਿਉਰਿਟੀ ਦੀ ਲੋੜ ਹੈ? ਉਹ ਗੱਡੀਆਂ, ਕਾਲੀਆਂ ਗੱਡੀਆਂ, ਗਾਲੇ ਸ਼ੀਸ਼ੇ, 20-25 ਗੱਡੀਆਂ ਗਨਮੈਨ ਦੀ ਫਿਰਦੇ ਨੇ, ਕਾਹਦੇ ਲਈ ਫਿਰਦੇ ਨੇ? ਉਹਨਾਂ ਨੂੰ ਕਿਸ ਚੀਜ਼ ਤੋਂ ਖਤਰਾ? ਇਹਦਾ ਮਤਲਬ ਤਾਂ ਸਾਫ਼ ਹੈ ਨਾ ਕਿ ਜਿਹੜੇ ਬੰਦੇ ਸਿਕਿਉਰਿਟੀ ਦੀ ਮੰਗ ਕਰਦੇ ਨੇ, ਚਾਹੇ ਉਹ ਡੇਰਾ ਮੁਖੀ ਨੇ, ਚਾਹੇ ਕੋਈ ਹੋਰ ਨੇ, ਠੀਕ ਹੈ, ਉਹ ਅਪਰਾਧੀ ਕਿਸਮ ਦੇ ਬੰਦੇ ਨੇ। ਉਹਨਾਂ ਨੇ ਕਿਸੇ ਨਾ ਕਿਸੇ ਦਾ ਕੁਝ ਵਿਗਾੜਿਆ ਹੈ, ਉਹਨਾਂ ਨੂੰ ਸਿਕਿਉਰਿਟੀ ਦਾ ਲੋੜ ਪੈਂਦੀ ਹੈ ਉਹਨਾਂ ਨੂੰ ਜੀ। ਹੁਣ ਆਮ ਬੰਦਾ ਹੈ, ਆਮ ਬੰਦੇ ਦੇ ਲੜਾਈ ਝਗੜੇ ਵੀ ਹੁੰਦੇ ਨੇ ਕਿ ਨਹੀਂ ਹੁੰਦੇ? ਪਿੰਡਾਂ 'ਚ ਸ਼ਹਿਰਾਂ 'ਚ ਹੁੰਦੇ ਨਹੀਂ ਜੀ। ਉਹਨੂੰ ਪਤਾ ਹੁੰਦਾ ਕਿ ਮੇਰਾ ਦੁਸ਼ਮਣ ਬਣਿਆ ਫਿਰਦਾ ਹੈ, ਕਿਸੇ ਦਾ ਬਿਜ਼ਨਸ ਦਾ ਰੌਲਾ, ਕਿਸੇ ਦਾ ਵੱਟ ਦਾ ਰੌਲਾ, ਕਿਸੇ ਦਾ ਫਸਲ ਦਾ ਰੌਲਾ, ਕਿਸੇ ਦਾ ਪੈਸੇ ਦਾ ਰੌਲਾ, ਕਿਸੇ ਦਾ ਕੋਈ ਘਰੇਲੂ ਵੀ ਕਿਸੇ ਨਾਲ ਰਿਸ਼ਤੇਦਾਰ ਨਾਲ ਪੈ ਜਾਂਦਾ ਆਪਸ ਵਿੱਚ ਜੀ, ਫੁੱਟ ਪੈ ਜਾਂਦੀ ਹੈ। ਉਹਨਾਂ ਚੀਜ਼ਾਂ ਨੂੰ ਜੇ ਮੱਦੇ ਨਜ਼ਰ ਰੱਖੀਏ ਤਾਂ ਫਿਰ ਤਾਂ ਹਰੇਕ ਬੰਦੇ ਨੂੰ ਸਿਕਿਉਰਿਟੀ ਦੀ ਲੋੜ ਹੈ। ਜਾਨ ਤਾਂ ਹਰੇਕ ਦੀ ਕੀਮਤੀ ਆ। ਫਿਰ ਉਸ ਪਰਪਸ ਲਈ ਸਿਕਿਉਰਿਟੀ ਮੰਗਦੇ ਨੇ ਕਿ ਸਾਨੂੰ ਖਤਰਾ ਹੀ ਹੈ। ਦੇਖੋ, ਉਹ ਚੀਜ਼ ਜੇ ਆਪਾਂ ਉਹ ਗੱਲ ਕਰਦੇ, ਜੇ ਕੋਈ ਮੰਗਦਾ ਕਿ ਮੈਨੂੰ ਸਿਕਿਉਰਿਟੀ ਲੋੜ ਹੈ, ਮੇਰੇ ਤੇ ਜਾਨ ਦਾ, ਮੇਰੇ ਤੇ ਹਮਲਾ ਹੋਇਆ, ਮਸਾਂ ਬਚੀ ਹੈ ਜਾਨ, ਤਾਂ ਉਸ ਬੰਦੇ ਨੂੰ ਕਹੋ ਕਿ ਸਿਕਿਉਰਿਟੀ ਚੱਕ, 10 ਛੱਡ 50 ਲੈ ਜਾ, ਸਾਰਾ ਖਰਚ, ਤਨਖਾਹ, ਖਾਣ ਪੀਣ, ਵਰਦੀ, ਸਾਰਾ ਕੁਝ ਦੇ, ਖਰਚ ਕਰ ਸਾਰਾ। ਸਰਕਾਰ ਕਿਉਂ ਖਰਚ ਕਰੇ ਜੀ?
ਇਹ ਤਾਂ ਸਰਕਾਰ ਵੀ ਕਿਹੜਾ ਖਰਚ ਕਰਦੀ ਹੈ, ਆਮ ਬੰਦੇ ਦੀ ਜੇਬ ਚੋਂ ਜਾਂਦੀ ਹੈ। ਪੈਸਾ ਤਾਂ ਲੋਕਾਂ ਦਾ ਹੀ ਹੈ, ਸਰਕਾਰ ਕੋਲ ਕਿੱਥੋਂ ਆਉਂਦਾ? ਲੈ ਲਓ, ਬੰਦੇ ਬਥੇਰੇ ਬੇਰੁਜ਼ਗਾਰ ਫਿਰ ਰਹੇ ਨੇ। ਹੁਣ ਜੇ ਪੁੱਛਿਆ ਜਾਵੇ ਜਥੇਦਾਰ ਸਾਹਿਬ ਨੂੰ ਵੀ ਉਹਨਾਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ ਇੰਨੀ, ਹੁਣ ਜੇ ਲੋੜ ਹੈਗੀ ਸੀ ਤਾਂ ਹੁਣ ਬਿਆਨ ਕਿਉਂ ਦਿੱਤਾ ਜਾ ਰਿਹਾ ਕਿ ਜਿਹੜੀ ਮੇਰੇ ਕੋਲ ਹੈਗੀ ਹੈ ਮੈਂ ਤਾਂ ਉਹ ਵੀ ਵਾਪਸ ਕਰ ਦੂੰ ਜੀ। ਜੇ ਅੱਜ ਘਟਾਈ ਆ, ਜੇ ਅੱਜ ਕਿਸੇ ਨੇ ਫੈਸਲਾ ਲਿਆ ਕਿ ਇਹਦੀ ਘਟਾ ਦਿੱਤੀ ਜਾਵੇ, ਜਥੇਦਾਰ ਦੀ ਵੀ ਸਿਕਿਉਰਿਟੀ ਘਟਾ ਦਿਓ, ਤਾਂ ਨਾਲ ਦੀ ਨਾਲ ਬਿਆਨ ਆਉਂਦਾ ਕਿ ਜਿਹੜੀ ਮੇਰੇ ਕੋਲ ਰਹਿ ਗਈ ਮੈਂ ਤਾਂ ਉਹ ਵੀ ਛੱਡਣ ਨੂੰ ਤਿਆਰ ਆ, ਮੈਂ ਛੱਡ ਦੇਣੀ ਹੈ ਉਹ। ਫਿਰ ਪਹਿਲਾਂ ਕੀ ਲੋੜ ਸੀਗੀ? ਜਾਣੀ ਪਤਾ ਹੈ ਕਿ ਇਹ ਸਭ ਟਕਵੰਜ ਹੁੰਦੇ ਨੇ, ਕਿਸੇ ਨੂੰ ਕੋਈ ਖਤਰਾ ਨਹੀਂ ਹੁੰਦਾ ਜਦੋਂ ਤੱਕ ਬੰਦਾ ਆਪ ਕਿਸੇ ਨਾਲ ਪੰਗਾ ਨਹੀਂ ਦਿੰਦਾ, ਜਦੋਂ ਤੱਕ ਬੰਦਾ ਆਪ ਉਹ ਕੰਮ ਨਹੀਂ ਕਰਦਾ ਜਿਹੜੇ ਕਿਸੇ ਨੂੰ ਜਿਹੜੇ ਕਿਸੇ ਦੇ ਉੱਤੇ ਕਿਸੇ ਦੀਆਂ ਭਾਵਨਾਵਾਂ ਭੜਕਾਉਣ ਤੋਂ ਲੈ ਕੇ ਕਿਸੇ ਦੇ ਜਾਨ ਜਾਂ ਮਾਲ ਦੇ ਉੱਤੇ ਪ੍ਰਭਾਵਿਤ ਨਾ ਕਰਨ ਉਹ ਉਸ ਬੰਦੇ ਨੂੰ, ਉਦੋਂ ਤੱਕ ਕੋਈ ਖਤਰਾ ਨਹੀਂ ਹੁੰਦਾ। ਫਿਲਹਾਲ ਆਪਾਂ ਹਰ ਇੱਕ ਬੰਦਾ ਵਿਚਰ ਰਿਹਾ ਸਮਾਜ ਦੇ ਵਿੱਚ, ਪਾਕਿਸਤਾਨ ਵਰਗੇ ਦੇਸ਼ ਦੇ ਵਿੱਚ ਵੀ ਵਿਚਰ ਰਹੇ ਨੇ ਹਿੰਦੂ ਅਤੇ ਸਿੱਖ, ਅਫਗਾਨਿਸਤਾਨ, ਸਾਰੇ ਕਿਤੇ ਜਿੱਥੇ ਤਾਲਿਬਾਨ ਹੋ ਗਿਆ ਉੱਥੇ ਵੀ ਵਿਚਰ ਰਹੇ ਨੇ। ਠੀਕ ਹੈ, ਜਿਨ੍ਹਾਂ ਨੇ ਧੱਕਾ ਕਰਨਾ ਜ਼ਾਲਮਾਂ ਨੇ, ਉਹ ਸਿਕਿਉਰਿਟੀ ਨਹੀਂ ਦੇਖਦੇ। ਵੱਡੇ ਜਿਨ੍ਹਾਂ ਦੇ ਕਹਿ ਲਓ ਵੀ ਰਸਤਿਆਂ ਦੇ ਵਿੱਚ ਨੂੰ ਜਾਣ ਲੱਗੇ ਵੀ ਐਡੀ ਵੱਡੀ ਸਿਕਿਉਰਿਟੀ ਹੁੰਦੀ ਸੀ ਕਿ ਪੱਤਾ ਵੀ ਨਹੀਂ ਹਿੱਲ ਸਕਦਾ ਸੀ, ਉਹ ਵੀ ਬੰਦੇ ਖਤਮ ਹੁੰਦੇ ਦੇਖੇ ਅੱਤਵਾਦੀ ਹਮਲਿਆਂ ਦੇ ਵਿੱਚ। ਰਾਜੀਵ ਗਾਂਧੀ ਵਰਗੇ, ਬੇਅੰਤ ਸਿੰਘ, ਇੰਦਰਾ ਗਾਂਧੀ ਵਰਗੇ। ਠੀਕ ਹੈ, ਉਹ ਚੀਜ਼ਾਂ ਆਪਾਂ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਸਿਕਿਉਰਿਟੀ ਚਾਹੀਦੀ ਹੈ ਤਾਂ ਉਹਨਾਂ ਬੰਦਿਆਂ ਨੂੰ ਤਾਂ ਲੋੜ ਹੋ ਸਕਦੀ ਆ ਜਿਹੜੇ ਬੰਦੇ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਦੇਸ਼ ਦੇ ਲਈ। ਜਣੇ ਖਣੇ ਨੂੰ 10-10, 20-20 ਹਰ ਇੱਕ ਬੰਦਾ ਮੈਨੂੰ ਸਿਕਿਉਰਿਟੀ ਚਾਹੀਦੀ ਹੈ, ਮੈਨੂੰ ਸਿਕਿਉਰਿਟੀ ਦੇ ਦਿਓ ਸਿਕਿਉਰਿਟੀ ਦੇ ਦਿਓ। ਤੇ ਜੇ ਸਿੱਖ ਕੌਮ ਦੀ ਗੱਲ ਕਰੀਏ, ਇੱਕ ਪਾਸੇ ਤਾਂ ਸਿੱਖ ਕੌਮ ਕਹਿੰਦੀ ਹੈ ਕਿ ਸਾਨੂੰ ਆਜ਼ਾਦੀ ਨਹੀਂ ਹੈ, ਅਸੀਂ ਆਜ਼ਾਦ ਤੌਰ ਤੇ ਵਿਚਰ ਨਹੀਂ ਸਕਦੇ। ਤੇ ਜੇ ਤੁਸੀਂ ਕਹਿੰਦੇ ਹੋ ਕਿ ਸਰਕਾਰੀ ਤੁਹਾਨੂੰ ਸਿਕਿਉਰਿਟੀ ਚਾਹੀਦੀ ਹੈ, ਫਿਰ ਇਹ ਸਿਕਿਉਰਿਟੀ ਥੋੜੀ ਆ। ਨਹੀਂ, ਸਾਡੇ ਇੱਕ ਉਹ ਸੈਟਅਪ ਵੀ ਤਾਂ ਬਣਿਆ ਹੋਇਆ ਕਿ ਸਾਡੇ ਕਲਚਰ ਬਣਿਆ ਹੋਇਆ, ਪਾਵਰ ਦਾ ਜੋ ਕਲਚਰ ਹੈ, ਜੇਕਰ ਆਪਾਂ ਡੈਮੋਕ੍ਰੈਟਿਕ ਕੰਟਰੀ ਕਹਿੰਦੇ ਆ ਤਾਂ ਉਹਦੇ 'ਚ ਫਿਰ ਇੱਕ ਇਹਦਾ ਰੂਪ ਹੈ ਨਾ ਸਿਕਿਉਰਿਟੀ ਦਾ। ਇਕੱਲਾ ਤੁਸੀਂ ਲੀਡਰਸ਼ਿਪ ਨੂੰ ਤੇ ਧਾਰਮਿਕ ਸ਼ਖਸੀਅਤ ਨੂੰ ਮੰਨ ਕੇ ਨਾ ਚੱਲੋ, ਜੋ ਸਾਡੇ ਸਿੰਗਰ ਨੇ ਜਾਂ ਸਾਡੇ ਐਕਟਰ ਨੇ ਉਹ ਵੀ ਤਾਂ ਬਾਉਂਸਰ ਨਾਲ ਰੱਖਦੇ, ਸਿਕਿਉਰਿਟੀ ਨਾਲ ਰੱਖਦੇ ਨੇ। ਦੇਖੋ, ਹਰ ਇੱਕ ਨੂੰ ਬੰਦੇ ਨੂੰ ਆਪਣੀ ਪ੍ਰਾਈਵੇਟ ਸਿਕਿਉਰਿਟੀ ਰੱਖਣ ਦਾ ਅਧਿਕਾਰ ਤਾਂ ਹੈਗਾ ਹੀ ਹੈ। ਰੱਖ ਲਵੇ, ਅਗਲਾ ਖਰਚ ਕਰਦਾ ਕੁਛ ਵੀ ਰੱਖ ਲਵੇ, ਪਰ ਦੱਸੇ ਤਾਂ ਸਹੀ ਵੀ ਇਸ ਚੀਜ਼ ਦਾ ਖਤਰਾ ਹੈ। ਕਿਸ ਨੂੰ ਅੱਜ ਤੱਕ ਕਿੰਨੇ ਸਿੰਗਰ ਨੇ, ਆਮ ਬੰਦੇ ਕਿੰਨੇ ਨੇ, ਕਿੰਨੇ ਐਕਟਰ ਨੇ, ਸਾਰੇ ਕੋਈ ਬਾਉਂਸਰ ਨਹੀਂ ਵਰਤ। ਇਹ ਸਿਰਫ ਤੇ ਸਿਰਫ ਆਪਾਂ ਕਹਿੰਦੇ ਵੀ ਜਿਹੜੀ ਲੋਕਾਂ ਦੇ ਵਿੱਚ ਆਪਣੀ ਇਮੇਜ ਬਣੀ ਰਹੇ ਸਾਡੀ, ਅਸੀਂ ਬਹੁਤ ਵੱਡੇ ਹਾਂ, ਉਹ ਚੀਜ਼ ਹੈ ਦਿਖਾਉਣ ਨੂੰ। ਮੇਰੀ ਗੱਲ ਸੁਣੋ, ਆਪਾਂ ਗੱਲ ਕਰਦੇ ਸਿੰਗਰ ਦੀ ਗੱਲ ਤੁਸੀਂ ਕਹੀ ਹੈ, ਮੈਨੂੰ ਦੱਸੋ ਸਿੰਗਰ ਨੂੰ ਕਿਤੋਂ ਖਤਰਾ ਹੋ ਸਕਦਾ ਹੈ? ਕਲਾਕਾਰ ਤਾਂ ਵੈਸੇ ਹੀ ਕਹਿੰਦੇ ਸਭ ਦਾ ਸਾਂਝਾ ਹੁੰਦਾ ਹੈ ਜੀ। ਹੁਣ ਜੇ ਆਪਾਂ ਨੁਸਰਤ ਫਤਿਹ ਅਲੀ ਸਾਹਿਬ ਦੀ ਗੱਲ ਕੀਤੀ ਹੈ ਤਾਂ ਕਰੀਏ ਤਾਂ ਦੇਖੋ ਕਿਹੜੇ ਦੇਸ਼ 'ਚ ਜਾ ਕੇ ਗਾ ਜਾਂਦੇ ਆ ਕਿ ਉੱਥੋਂ ਦੇ ਦੇਸ਼ ਦੀ ਨਾਲ ਜਾਂਦੀ ਸੀ ਉਹ ਸਿਕਿਉਰਿਟੀ ਕਿ ਹਾਂ ਬਈ ਇਹ ਪਾਕਿਸਤਾਨ ਦਾ ਹੈ, ਇਹਨੂੰ ਪਾਕਿਸਤਾਨ ਦੀ ਸਿਕਿਉਰਿਟੀ ਚਾਹੀਦੀ ਹੈ, ਉੱਥੇ ਚਾਹੀਦੀ ਹੈ। ਇੱਦਾਂ ਦੀ ਗੱਲ ਤਾਂ ਕੋਈ ਨਹੀਂ ਹੈਗੀ। ਜੇ ਖਤਰਾ ਹੋਵੇ ਤਾਂ ਕਿਉਂ ਜਾਵੇ ਬੰਦਾ? ਇਹ ਈਗੋ ਸੈਟੀਸਫਾਈਡ ਕਰਨ ਲਈ ਰੱਖਦੇ ਨੇ, ਜਿਹੜਾ ਪਾਵਰ ਆਫ ਸਿੰਬਲ ਹੈ ਸਿਕਿਉਰਿਟੀ ਦਾ। ਗੱਲ ਤਾਂ ਇਹ ਹੈ ਨਾ ਸਾਰਾ। ਬਸ ਇਹੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਿਰਫ ਤੇ ਸਿਰਫ ਦਿਖਾਵਾ ਹੈ, ਦਿਖਾਵੇ ਮਾਤਰ ਹੈ। ਜਿਸ ਬੰਦੇ ਨੂੰ ਕਿਤੇ ਜਾਣ ਦਾ ਖਤਰਾ ਹੈ ਉਹ ਕਿਉਂ ਜਾਊਗਾ ਉੱਥੇ? ਜਿਸ ਬੰਦੇ ਨੂੰ ਪਤਾ ਹੈ ਕਿ ਮੈਂ ਗਲਤ ਕੰਮ ਕਰ ਰਿਹਾ, ਮੇਰੇ ਕਰਨ ਨਾਲ ਮੈਨੂੰ ਜਾਨ ਦਾ ਖਤਰਾ, ਕਿਉਂ ਕਰੂਗਾ? ਮੂਰਖ ਨੇ ਲੋਕ। ਇਹ ਮਤਲਬ ਫਿਰ ਕਈ ਵਾਰ ਐਂ ਵੀ ਹੋ ਜਾਂਦਾ ਕਿ ਦੋ ਵਿਚਾਰਧਾਰਾਵਾਂ ਦਾ ਟਕਰਾਅ ਵੀ ਹੋ ਜਾਂਦਾ। ਪੰਜਾਬ 'ਚ ਤਾਂ ਆਹ ਗੱਲ ਰਹੀ ਹੈ ਨਾ, ਉੱਥੇ ਫਿਰ ਖਤਰੇ ਪੈਦਾ ਹੁੰਦੇ ਨੇ, ਉੱਥੇ ਵੀ ਟਕਰਾਅ ਹੁੰਦੇ ਨੇ। ਉਦੋਂ ਤੋਂ ਬਚਣ ਲਈ ਵੀ ਅਹਿਮ ਸ਼ਖਸੀਅਤ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਦੇਖੋ, ਟਕਰਾਅ ਦੀ ਪਹਿਲੀ ਤਾਂ ਗੱਲ ਇਹ ਹੈ ਕਿ ਟਕਰਾਅ ਉਦੋਂ ਹੁੰਦਾ ਹੈ ਜਦੋਂ ਕੋਈ ਵਿਰੋਧੀ ਗੱਲ ਹੁੰਦੀ ਹੈ। ਵਿਰੋਧੀ ਗੱਲ ਕਿੱਥੋਂ ਨਿਕਲਦੀ ਹੈ? ਵਿਰੋਧੀ ਗੱਲ ਇਹ ਤਾਂ ਨਹੀਂ ਕਹਿੰਦੀ ਵੀ ਜੇ ਤੁਸੀਂ ਆਪਣੀ ਗੱਲ ਕਰੋ ਤਾਂ ਵਿਰੋਧੀ ਹੈ। ਜਦੋਂ ਤੁਸੀਂ ਜਾ ਕੇ ਦੂਜੇ ਤੇ ਅਟੈਕ ਕਰੋਗੇ ਤਾਂ ਹੀ ਵਿਰੋਧੀ ਬਣਦੀ ਹੈ ਨਾ। ਉਹਨੂੰ ਘੜੀਸਣ ਦਾ ਮਤਲਬ ਕੀ ਆ? ਜਦੋਂ ਤੁਹਾਡੇ ਕੋਲ, ਮੈਂ ਇੱਕ ਗੱਲ ਇੱਥੇ ਫੇਰ ਕਲੀਅਰ ਕਰਦਾ ਕਿ ਜਿਹੜਾ ਬੰਦਾ ਸੱਚਾਈ ਦੇ ਰਾਹ ਤੇ ਚੱਲ ਕੇ ਦੇਸ਼ ਦੇ ਲਈ, ਕੌਮ ਦੇ ਲਈ ਜਾਂ ਹੋਰ ਕਿਸੇ ਲਈ ਬਹੁਤ ਅੱਛਾ ਕੰਮ ਕਰ ਰਿਹਾ ਔਰ ਪਤਾ ਹੈ ਕਿ ਇਹ ਕੌਮ ਦੇ ਲਈ ਬਹੁਤ ਵੱਡੀ ਸ਼ਖਸੀਅਤ ਹੈ, ਉਹਨੂੰ ਸਿਕਿਉਰਿਟੀ ਦੇ ਸਕਦੇ ਆ, ਦੇ ਦਿਓ। ਮੈਂ ਇਹ ਗੱਲ ਤੋਂ ਮੁਨਕਰ ਨਹੀਂ ਹੈਗਾ, ਠੀਕ ਹੈ, ਦੇ ਦੇਣੀ ਚਾਹੀਦੀ ਆ। ਪਰ ਮੈਂ ਕਹਿ ਰਿਹਾ ਕਿ ਜਣੇ ਖਣੇ ਨੂੰ ਸਿਕਿਉਰਿਟੀ ਦਿੱਤੀ ਹੁੰਦੀ ਆ। ਇੱਕ ਜਣਾ ਰੱਬ ਦਾ ਰਾਹ ਦਿਖਾ ਰਿਹਾ ਹੈ, ਇੱਕ ਜਣਾ ਸਟੇਜ ਦੇ ਉੱਤੇ ਇਕੱਲਾ ਖੜ ਕੇ ਲੱਖਾਂ ਲੋਕਾਂ ਦੇ ਸਾਹਮਣੇ ਗਾ ਰਿਹਾ, ਉੱਥੇ ਸਿਕਿਉਰਿਟੀ ਕੀ ਕਰੂਗੀ? ਯਾਨੀ ਕਿ ਜਿਹੜੀ ਧਾਰਮਿਕ ਸ਼ਖਸੀਅਤਾਂ ਨੇ ਉਹ ਗੱਲ ਕਹਿੰਦੀਆਂ ਨੇ ਕਿ ਜੋ ਵਾਪਰਦਾ ਪਰਮਾਤਮਾ ਦੇ ਭਾਣੇ ਦੇ ਵਿੱਚ ਵਾਪਰਦਾ,
ਸਭ ਨੂੰ ਮਨਜ਼ੂਰ ਕਰਨਾ ਬਣਦਾ, ਪਰ ਮੌਤ ਤੋਂ ਡਰਦੇ ਨੇ। ਆਪਦੇ ਬਾਰੇ ਤੁਸੀਂ ਪਰਮਾਤਮਾ ਦਾ ਨਾਮ ਭੁੱਲ ਜਾਂਦੇ ਹੋ ਵੀ ਇੱਥੇ ਵੀ ਪਰਮਾਤਮਾ ਦੀ ਰਜ਼ਾ ਹੋ ਐਂ ਸਕਦੀ ਹੁੰਦਾ ਨਾ ਕਿ ਜੋ ਕੁਛ ਜੇ ਵਾਪਰਦਾ ਕਲਾਕਾਰ ਵਾਪਰਦਾ। ਜਿਹੜੇ ਬੰਦੇ ਧਾਰਮਿਕ ਸ਼ਖਸੀਅਤਾਂ ਨੇ ਲੱਖਾਂ ਬੰਦਿਆਂ ਦੇ ਸਾਹਮਣੇ ਬੈਠ ਕੇ ਪ੍ਰਵਚਨ ਕਰ ਰਹੇ ਨੇ, ਹੁਣ ਲੱਖਾਂ ਬੰਦਿਆਂ ਦੇ ਸਾਹਮਣੇ 10 ਸਿਕਿਉਰਿਟੀ ਵਾਲੇ 20 ਸਿਕਿਉਰਿਟੀ ਵਾਲੇ 50 ਵੀ ਕਰ ਲਓ 100 ਵੀ ਕਰ ਲਓ, ਕੀ ਕਰ ਲੈਣਗੇ ਜੀ। ਤੇ ਇੱਕ ਕਲਾਕਾਰ ਹੈ ਉਹ ਸ਼ਰੇਆਮ ਕੱਲਾ ਖੜ ਕੇ ਸਟੇਜ ਦੇ ਉੱਤੇ ਗਾ ਰਿਹਾ ਹੁੰਦਾ, ਉਹਦੇ ਸਾਹਮਣੇ ਮੰਡੀਰ ਖੜੀ ਹੁੰਦੀ ਆ, ਉਹਦੇ ਵਿੱਚ ਖਬਰੇ ਕੌਣ ਹੋਵੇ, ਕੋਈ ਪਤਾ ਇਹਨਾਂ ਨੇ ਲਾਇਸੈਂਸ ਲਿਆ ਹੁੰਦਾ ਕਿਸੇ ਦਾ, ਐਵੇਂ ਹੀ ਗੱਲਾਂ ਮਾਰੀ ਜਾਣੀਆਂ ਨੇ ਵੀ ਹਾਂ ਸਾਨੂੰ ਸਿਕਿਉਰਿਟੀ, ਉਹ ਬਸ ਗੱਡੀਆਂ 'ਚ ਉਤਰਨ ਵੇਲੇ ਆਏ ਛਾਤੀਆਂ ਜਿਹੀਆਂ ਚੌੜੀਆਂ ਕਰਕੇ ਜਾਣੇ ਦੁਆਲੇ ਬਾਡੀਗਾਰਡ ਦੇਖ ਕੇ ਲੋਕ ਪ੍ਰਭਾਵਿਤ ਹੁੰਦੇ। ਇਹਦੇ ਨਾਲ ਇੱਕ ਹੋਰ ਗੱਲ ਵੀ ਜੁੜਦੀ ਹੈ ਨਾ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਸਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਹ ਕਿਹਾ ਸੀ ਕਿ ਮਾਡਰਨ ਵੈਪਨ ਰੱਖਣ, ਸਿੱਖ ਹਥਿਆਰਾਂ ਦੀ ਖੁੱਲ੍ਹ ਹੋਵੇ, ਲਾਇਸੈਂਸੀ ਹਥਿਆਰਾਂ ਦੀ, ਉਹ ਵੀ ਇੱਕ ਨਾਲ ਜੁੜਦਾ ਹੋਇਆ ਪਹਿਲੂ ਹੈ ਨਾ। ਜੇਕਰ ਤੁਸੀਂ ਫਿਰ ਸਿਕਿਉਰਿਟੀ ਘੱਟ ਕਰ ਲਓਗੇ, ਹਥਿਆਰਾਂ ਦੀ ਖੁੱਲ੍ਹ ਹੋ ਜਾਊਗੀ, ਫਿਰ ਵਾਇਲੈਂਸ ਤਾਂ ਕ੍ਰੀਏਟ ਹੋਊਗੀ। ਜਿਹੜੇ ਮੈਂ ਉਹੀ ਗੱਲ ਕਰਦਾ ਜਿਨ੍ਹਾਂ ਕੋਲ ਸਿਕਿਉਰਿਟੀ ਸੀ ਕੀ ਉਹ ਮਾਰੇ ਨਹੀਂ ਗਏ? ਜੇ ਇੱਦਾਂ ਗੱਲ ਕਰੀਏ ਆਪਾਂ, ਇਹ ਤਾਂ ਕੁਝ ਵੀ ਵਾਪਰ ਸਕਦਾ ਹੈ ਘਟਨਾ, ਕੋਈ ਬੰਦਾ ਕਿਸੇ ਵੀ ਘਟਨਾ ਨੂੰ ਕਿਸੇ ਹੱਦ ਤੱਕ ਜਾ ਕੇ ਅੰਜਾਮ ਦਿੰਦਾ, ਉਹ ਆਪਾਂ ਸੋਚ ਨਹੀਂ ਸਕਦੇ ਬੰਦੇ ਦੇ ਦਿਮਾਗ ਦੀ ਕੀ। ਪਰ ਐਵੇਂ ਹੁੰਦਾ ਕਈ ਵਾਰ ਜਿਵੇਂ ਰਾਜਨੀਤਿਕ ਸ਼ਖਸੀਅਤਾਂ ਸੀ, ਉਹ ਰੈਲੀ ਕਰ ਰਹੀਆਂ ਸੀ ਆਪਣੀ, ਉਹਨਾਂ ਦੇ ਸਿਆਹੀ ਸੁੱਟ ਦਿੱਤੀ ਗਈ, ਕਿਸੇ ਦੇ ਮੂੰਹ ਤੇ ਚਪੇੜ ਮਾਰ ਦਿੱਤੀ ਗਈ ਸੀ, ਉਹਦੇ ਲਈ ਵੀ ਸਿਕਿਉਰਿਟੀ ਹੁੰਦੀ ਹੈ ਨਾ ਕਿ ਥੋੜੀ ਜਿਹੀ ਡਿਫਰੈਂਸਿਸ ਹੋਵੇ, ਰੱਖਿਆ ਤਾਂ ਐਂ ਤਾਂ ਬੱਟ ਵੀ ਵੱਜਿਆ ਸੀ ਰਾਜੀਵ ਗਾਂਧੀ ਦੇ। ਹਾਂ, ਪਰ ਉਹਦੇ ਲਈ ਸਿਕਿਉਰਿਟੀ ਤਾਂ ਹੁੰਦੀ ਹੈ। ਉਹ ਤਾਂ ਹਰਾ ਸੈਨਾ ਸ੍ਰੀਲੰਕਾ ਦਾ ਸੈਨਿਕ ਸੀ ਉਹ ਜਿਹਨੇ ਵੱਟ ਮਾਰਿਆ। ਉਹੀ ਗੱਲ ਕਰਦਾ ਵੀ ਫਿਰ ਉੱਥੇ ਸਿਕਿਉਰਿਟੀ ਕਿੱਥੇ ਗਈ? ਜੇ ਆਪਾਂ ਆਹ ਗੱਲ ਕਰਦੇ ਐ ਨਹੀਂ, ਮੈਂ ਉਹਦਾ ਸਿਕਿਉਰਿਟੀ ਵਾਲੇ ਨੇ ਮਾਰਤਾ ਸੀ। ਹਾਂ, ਮੇਰੀ ਗੱਲ ਸਮਝੋ, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੱਥੇ ਇੱਕ ਟੂਕ ਮਾਤਰ ਕਹਿ ਲਓ, ਸਾਈਨ ਮਾਤਰ ਕਹਿ ਲਓ, ਜਾਂ ਬੰਦਿਆਂ ਨੂੰ ਐਂ ਕਹਿ ਲਓ ਕਿ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹਨੂੰ ਕੋਈ ਡਰਾਉਣ ਮਾਤਰ ਕਹਿ ਲਓ ਕਿ ਹਾਂ ਇਹਦੇ ਨਾਲ ਸਿਕਿਉਰਿਟੀ ਬੰਦੇ ਨਾਲ ਫਿਰਦੀ ਆ, ਉਹ ਵੀ ਉੱਥੇ ਜਿੱਥੇ ਬਹੁਤ ਜ਼ਰੂਰੀ ਹੈ ਉੱਥੇ ਮੈਂ ਕਹਿ ਸਕਦਾ ਕਿਤੇ ਨਹੀਂ। ਮੈਂ ਕਹਿੰਦਾ ਕਿ ਆਮ ਜਣੇ ਖਣੇ ਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੀ ਹੈ? ਮੈਂ ਡੇਰੇ ਮੁਖੀਆਂ ਨੂੰ ਦਿੱਤੀ ਹੋਈ ਹੈ, ਉਹ ਇਹਨਾਂ ਤੋਂ ਵੋਟਾਂ ਲੈਣੀਆਂ ਨੇ ਨਾ, ਫਿਰ ਇਹਨਾਂ ਦੀ ਹਾਮੀ ਭਰ ਕੇ ਬਸ ਵੀ ਇਹਨਾਂ ਦੀ ਪਬਲਿਸਿਟੀ ਬਣ ਕਰਨੀ ਹੈ, ਇਹਨਾਂ ਦੇ ਪਿੱਛੇ ਬਾਡੀਗਾਰਡ ਖੜਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ, ਪੈਸਾ ਲੋਕਾਂ ਦਾ ਆ ਰਿਹਾ। ਦੇਖੋ ਜੀ, ਜਦੋਂ ਇਹਨਾਂ ਦੇ ਡੇਰੇ ਦੇ ਵਿੱਚ ਕੋਈ ਆਉਂਦਾ ਹੈ, ਠੀਕ ਹੈ, ਕਿ ਉਹਦੀ ਹਰੇਕ ਦੀ ਚੈਕਿੰਗ ਹੁੰਦੀ ਹੈ ਵੀ ਉਹ ਕੀ ਕਰਕੇ ਆ ਰਿਹਾ, ਕਿੱਥੋਂ ਆ ਰਿਹਾ, ਕੌਣ ਹੈ, ਕੀ ਕਦੇ ਅਪਰਾਧੀ। ਉੱਦਾਂ ਤਾਂ ਇਹ ਕਹਿੰਦੇ ਕਿ ਸਾਡੇ ਡੇਰਿਆਂ ਤੇ ਉਹ ਪਾਪ ਕੱਟੇ ਜਾਣਗੇ, ਪਾਪ ਜਿਹੜਾ ਕਰਕੇ ਆਇਆ ਉਹੀ ਆਊਗਾ ਨਾ ਡੇਰੇ ਤੇ ਜੀ, ਤੇ ਉਹ ਤਾਂ ਹੈ ਹੀ ਅਪਰਾਧੀ ਹੈ ਬੰਦਾ, ਜਿਹੜਾ ਪਾਪੀ ਹੈ, ਜਿਹਨੇ ਅਪਰਾਧ ਕੀਤਾ। ਜੇ ਉਹਦੇ ਤੁਸੀਂ ਪਾਪ ਕੱਟ ਰਹੇ ਹੋ, ਉਹਦੇ ਅਪਰਾਧ ਕੱਟ ਰਹੇ ਹੋ, ਤੇ ਤੁਹਾਨੂੰ ਸਿਕਿਉਰਿਟੀ ਦੀ ਲੋੜ ਕੀ ਹੈ? ਤਾਂ ਤੁਹਾਡੇ ਸ਼ਰਨ ਚ ਆ ਰਿਹਾ ਹੈ। ਬਿਲਕੁਲ। ਇਹ ਮਤਲਬ ਕਹਿਣ ਦਾ ਭਾਵ ਹੈ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ, ਹੋਰ ਕੁਝ ਨਹੀਂ ਹੈਗਾ। ਸਿਕਿਉਰਿਟੀ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਪਬਲਿਸਿਟੀ ਸਟੰਟ ਨੇ ਇਹ। ਸਾਡੇ ਨਾਲ ਲੋਕ ਜੁੜੇ ਰਹਿਣ, ਸਾਨੂੰ ਲੋਕਾਂ ਨੂੰ ਧੱਕੇ ਮਾਰਨ ਦੇ ਦਿਓ ਜੀ। ਆਮ ਲੋਕਾਂ ਨੂੰ ਵੋਟਾਂ ਲੈਂਦੇ ਨੇ ਨਾ, ਉਦੋਂ ਜੱਫੀਆਂ ਪਾਉਂਦੇ ਨੇ, ਉਦੋਂ ਸਿਕਿਉਰਿਟੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ, ਠੀਕ ਹੈ, ਇਹਦਾ ਮਹਿਲ ਸੀਗਾ ਇੱਥੇ ਪਟਿਆਲੇ ਜੀ, ਜਿਹਨੂੰ ਕਹਿੰਦੇ ਆ ਮੋਤੀ ਮਹਿਲ ਕਹਿੰਦੇ ਨੇ ਹਨਾ, ਉਹਦੇ ਵਿੱਚ ਆਲੇ ਦੁਆਲੇ ਸਿਕਿਉਰਿਟੀ ਪੂਰੀ ਸੀ ਜਦੋਂ CM ਸੀ। ਅੱਜ ਕਿੱਥੇ ਹੈ? ਅੱਜ ਕੈਪਟਨ ਅਮਰਿੰਦਰ ਸਿੰਘ ਬਦਲ ਗਿਆ, ਅੱਜ ਲੋਕਾਂ ਚ ਆਮ ਵਿਚਰ ਰਿਹਾ, ਭੱਜਿਆ ਫਿਰਦਾ, ਉਹੀ ਕੈਪਟਨ ਅਮਰਿੰਦਰ ਹੈ, ਉਹੀ ਸੁਖਬੀਰ ਸਿੰਘ ਬਾਦਲ ਹੈ। ਇਹ ਐਂ ਕਹਿੰਦੇ ਆ ਨਾ ਕਿ ਜੋ ਆਹ ਕੁਰਸੀ ਹੈ, ਜੋ ਪੋਜੀਸ਼ਨ ਹੈ, ਵੀ ਪੋਜੀਸ਼ਨ ਕਰਕੇ ਖਤਰਾ, ਇੰਡੀਵਿਜੂਅਲ ਖਤਰਾ ਨਹੀਂ ਹੈਗਾ। ਮੈਂ ਉਹੀ ਕਹਿੰਦਾ ਨਾ, ਦਿਖਾਵਾ, ਖਰਚਾ ਸਰਕਾਰ ਦਾ, ਲੋਕਾਂ ਦੀ ਜੇਬ ਤੇ ਡਾਕਾ ਹੈ, ਇਹ ਇਹਨਾਂ ਦਾ ਦਿਖਾਵਾ ਹੈ। ਚੋਣਾਂ ਹੁੰਦੀਆਂ, ਹੁਣ ਤੁਸੀਂ ਜਿੱਤੇ ਹੋਏ ਨੇ, ਚਾਹੇ ਕੋਈ ਆ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਹੈ, ਚਾਹੇ ਕੈਪਟਨ ਦੀ ਹੈ, ਚਾਹੇ ਦੀ ਰਾਜਾ ਵੜਿੰਗ ਹੋਰਾਂ ਦੀ ਹੈ, ਜਾਂ ਸਿੱਧੂ ਹੋਰਾਂ ਦੀ ਪਾਰਟੀ ਹੈ, ਜਦੋਂ ਕੋਈ ਸੱਤਾ 'ਚ ਆ ਜਾਂਦੀ ਹੈ, ਲੋਕਾਂ ਨੂੰ ਮੁੱਕੇ ਮਾਰ ਪਿੱਛੇ ਹਟ ਜਾਓ, ਮੰਤਰੀ MLA ਆ ਗਿਆ ਫਲਾਣ। ਜਦੋਂ ਵੋਟਾਂ ਮੰਗਣੀਆਂ ਹੁੰਦੀਆਂ, ਉਹੀ ਸੱਤਾ 'ਚ ਹੁੰਦਾ, ਉਹੀ ਵੋਟਾਂ ਮੰਗਣ ਜਾ ਰਿਹਾ ਹੁੰਦਾ, ਚਾਹੇ ਉਹੀ CM ਬਣ ਕੇ ਰਿਹਾ ਹੋਵੇ, ਹੁਣ ਦੁਬਾਰੇ ਵੋਟਾਂ 'ਚ ਖੜ ਰਿਹਾ, ਉਹੀ ਲੋਕਾਂ ਨੂੰ ਜੱਫੀਆਂ ਮਾਰਿਆ ਹੁੰਦਾ। ਕੀ ਤਾਂ ਇੱਕ ਸਿੰਗਰ ਦੀ ਜੋ ਬਾਉਂਸਰ ਸੀ, ਉਹਨੂੰ ਸਵਾਲ ਵੀ ਹੋਇਆ ਸੀ ਵੀ ਤੁਹਾਨੂੰ ਕੀ ਲੋੜ ਪੈਂਦੀ ਹੈ ਵੀ ਤੁਸੀਂ ਸਿੰਗਰ ਸਾਹਿਬ ਦੇ ਨਾਲ ਹੁੰਦੇ ਹੋ? ਉਹ ਕਹਿੰਦੇ ਸਾਨੂੰ ਤਾਂ ਇਸ ਕਰਕੇ ਰੱਖਿਆ ਜਾਂਦਾ ਕਿ ਜੋ ਮੁੰਡੀਰ ਫੋਟੋ ਖਿੱਚਦੀ ਇਹਨਾਂ ਦੇ ਥੱਪੜ ਮਾਰਨ ਲਈ, ਲੋਕਾਂ ਨੂੰ ਕੁੱਟਣ ਲਈ। ਬਿਲਕੁਲ, ਲੋਕਾਂ ਨੂੰ ਕੁੱਟਣ ਲਈ ਸੜਕਾਂ ਤੇ ਲੋਕਾਂ ਨੂੰ ਕੁੱਟ ਦਿੰਦੇ ਨੇ, ਡੰਡੇ ਮਾਰਦੇ ਨੇ ਸਾਈਡ ਤੇ, ਦੋ ਆਪ ਕ੍ਰਾਸ ਕਰਦੇ ਜਾ ਰਹੇ ਨੇ ਰੈੱਡ ਲਾਈਟਸ, ਲੋਕਾਂ ਦੇ ਚਲਾਨ ਕੱਟ ਰਹੇ ਨੇ, ਤੇ ਡੰਡਿਆਂ ਨਾਲ ਗੱਡੀਆਂ ਪਿੱਛੇ ਕਰਦੇ ਨੇ, ਤੇ ਉਹ ਜਿੱਥੇ ਭੀੜ ਹੋਵੇ ਉੱਥੇ ਲੋਕਾਂ ਨੂੰ ਕਰਦੇ ਨੇ। ਵੀ ਤੁਹਾਨੂੰ ਦੱਸੋ ਖਤਰਾ ਕੀ ਚੀਜ਼ ਦਾ? ਆਮ ਲੋਕ ਤਾਂ ਬਾਹਰ ਵੀ ਆਮ ਲੋਕ ਨੇ, ਲੋਕਤੰਤਰ ਬਾਹਰ ਵੀ ਹੈ, ਬਾਹਰਲੇ ਦੇਸ਼ਾਂ ਪਰ ਕਈ ਘਟਨਾਵਾਂ, ਜਿਵੇਂ ਹੁਣ ਉਹ BJP ਦੀ ਸਪੋਕਸਪਰਸਨ, ਇੱਕ ਰਾਸ਼ਟਰੀ ਪ੍ਰਵਕਤਾ ਹੋਈ, ਇੱਕ ਮੇਰੇ ਯਾਦ ਆ ਗਈ ਘਟਨਾ, ਤੁਸੀਂ ਚਪੇੜ ਦੀ ਗੱਲ ਕੀਤੀ ਸੀ, ਸਿਆਹੀ ਦੀ ਗੱਲ ਕੀਤੀ ਸੀ, ਤਾਂ ਡੋਨਾਲਡ ਟਰੰਪ ਤੇ ਵੀ ਜੁੱਤੀ ਪਈ ਸੀ ਜੀ। ਜੇ ਆਪਾਂ ਗੱਲ ਕਰਦੇ, ਇਹ
ਜਦੋਂ ਤੁਸੀਂ ਕੰਮ ਇਹੋ ਜਿਹਾ ਕਰੋਗੇ ਤਾਂ ਤੁਹਾਨੂੰ ਥੱਪੜ ਵੀ ਪੈਣਗੇ, ਸਿਆਈਆਂ ਵੀ, ਵਿਰੋਧੀ ਵੀ ਕਰਦੇ ਨੇ। ਹੁਣ ਰੋੜੇ ਵੱਜੇ ਨੇ ਬਾਹਰ, ਪਿਛਲੇ ਵਾਰੀ ਵੀ ਰੋੜੇ ਵੱਜੇ ਸੀ, ਡਲੇ ਵੱਜੇ ਸੀਗੇ ਲੋਕਾਂ ਨੇ ਮਾਰੇ ਸੀ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਦੇ, ਨੁਮਾਇੰਦਿਆਂ ਦੇ। ਠੀਕ ਹੈ, ਕੰਮ ਪਤਾ ਹੈ। ਹੁਣ ਜੇ ਬਰਗਾੜੀ ਕਾਂਡ ਹੋਇਆ ਜਾਂ ਬਰਗਾੜੀ ਕਾਂਡ ਦਾ ਇਨਸਾਫ ਨਹੀਂ ਹੋਇਆ ਤਾਂ ਦੋਨੋਂ ਪਾਰਟੀਆਂ ਦੇ ਵਿੱਚ ਇਹ ਗੱਲ ਸੀ, ਬੇਅਦਬੀ ਹੋਈ। ਅਕਾਲੀ ਦਲ ਵੱਲੇ ਇਹ ਕਹਿੰਦੇ ਸੀ ਇਨਸਾਫ ਦਵਾਂ, ਇਹਨਾਂ ਨੇ ਵੀ ਦਵਾਇਆ ਨਹੀਂ ਹੈਗਾ। ਤੇ ਇਹ ਹੁਣ ਲੋਕਾਂ 'ਚ ਤਾਂ ਵਿਚਰ ਰਹੇ ਨੇ ਨਾ, ਅੱਜ ਵੀ ਵਿਚਰ ਰਹੇ ਨੇ, ਪਰ ਜਦ ਸੱਤਾ 'ਚ ਹੁੰਦੇ ਸੀ ਉਦੋਂ ਇਹਨਾਂ ਕੋਲ ਬਾਡੀਗਾਰਡ ਬਹੁਤ ਜ਼ਿਆਦਾ। ਆ ਸ਼ਮਸ਼ੇਰ ਸਿੰਘ ਦੁੱਲੋਂ ਆ, ਕਿਸ ਚੀਜ਼ ਦੀ ਲੋੜ ਹੈ ਇਹਨੂੰ? ਮੈਨੂੰ ਸਿਕਿਉਰਿਟੀ ਦੱਸੋ ਕਿਸ ਪਰਪਸ ਨਾਲ? ਜੀ ਡੇਰਾ ਬਿਆਸ ਆ ਜਾਂ ਡੇਰਾ ਦੂਜਾ ਆ ਜਿਹੜਾ ਉਹ ਸਾਧਿਕ ਅੰਦਰ ਹੈ, ਇੱਕ ਉਹ ਕਿਤੇ ਮੈਂ ਜਲੰਧਰ ਵਾਲੇ ਪਾਸੇ ਕੋਈ ਬੋਡੀ ਸਾਂਭੀ ਹੋਈ ਆ, ਉਹਨੂੰ ਪਤਾ ਨਹੀਂ ਕੌਣ ਹੈ ਉਹ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਸਮਝ ਤੋਂ ਬਾਹਰ ਹੈ ਇਹ ਚੀਜ਼ਾਂ ਕਿ ਇਹਨਾਂ ਬੰਦਿਆਂ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ। ਜੀ ਚਾਹੇ ਕਲਾਕਾਰ ਵੀ ਨੇ, ਸਮਝ ਤੋਂ ਬਾਹਰ ਹੈ, ਕੋਈ ਇਹਨਾਂ ਨੂੰ ਲੋੜ ਨਹੀਂ, ਲੋਕਾਂ 'ਚ ਵਿਚਰਨਾ। ਜਿਸ ਮਾਹੌਲ ਤੋਂ ਆਹ ਜੋ ਪੋਲੀਟੀਕਲ ਲੀਡਰਸ਼ਿਪ ਹੈ ਜਾਂ ਧਾਰਮਿਕ ਲੀਡਰਸ਼ਿਪ ਹੈ, ਜਿਸ ਮਾਹੌਲ ਤੋਂ ਆਹ ਡਰਦੇ ਨੇ, ਉਸ ਮਾਹੌਲ ਤੋਂ ਡਰ ਕਰਕੇ ਸਿਕਿਉਰਿਟੀ ਰੱਖਦੇ ਨੇ, ਉਹ ਕ੍ਰੀਏਟ ਵੀ ਆਪੇ ਕੀਤਾ ਜਾਂਦਾ ਨਾ। ਹੁਣ ਜੋ ਨੂਪੁਰ ਸ਼ਰਮਾ ਇਹਨਾਂ ਦੀ ਪ੍ਰਵਕਤਾ ਰਾਸ਼ਟਰੀ ਪੱਧਰ ਦੇ ਉੱਤੇ, ਉਹ ਕਹਿੰਦੀ ਕਿ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਨੇ ਮੁਸਲਿਮ ਸਮੁਦਾਇ ਵੱਲੋਂ ਤੇ ਮੁਸਲਿਮ ਭਾਈਚਾਰੇ ਵੱਲੋਂ। ਤੇ ਉਸ ਤੋਂ ਬਾਅਦ ਉਹ ਕਹਿੰਦੀ ਕਿ ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਨੇ। ਉਹਨਾਂ ਨੇ ਇੱਕ ਜਰਨਲਿਸਟ ਦੇ ਆਪਣੇ ਨਾਲ ਟਵਿੱਟਰ ਅਕਾਊਂਟ ਅਟੈਚ ਕੀਤਾ ਤੇ ਪੁਲਿਸ ਕਮਿਸ਼ਨਰ ਨੂੰ ਫਿਰ ਅਟੈਕ ਕਰਤਾ ਉਹਨਾਂ ਨੇ। ਉਹ ਕਿਸੇ ਕੋਈ ਚੈਨਲ ਦਾ ਫੈਕਟ ਚੈੱਕਰ ਹੈ। ਉਹ ਕਹਿਣਾ ਦਾ ਭਾਵ ਹੈ ਕਿ ਤੁਸੀਂ ਭਾਈਚਾਰਕ ਤੌਰ ਤੇ ਪਾੜਾ ਤਾਂ ਆਪ ਪਾ ਰਹੇ ਹੋ ਨਾ, ਫਿਰ ਤੁਹਾਨੂੰ ਉਸ ਮਾਹੌਲ ਤੋਂ ਪਾਏ ਹੋਏ ਪਾੜੇ ਤੋਂ ਡਰ ਲੱਗਦਾ, ਫਿਰ ਤੁਸੀਂ ਸਰਕਾਰ ਨੂੰ ਕਹਿੰਦੇ ਹੋ ਕਿ ਸਾਨੂੰ ਸਿਕਿਉਰਿਟੀ ਦਿਓ। ਤੁਸੀਂ ਸਹੂਲਤਾਂ ਹੀ ਇਸ ਲਈ ਮਿਲਦੀਆਂ ਨੇ, ਜੇ ਇਹ ਬਿਆਨਬਾਜ਼ੀ ਨਾ ਕਰਨ, ਇਹ ਪਾੜਾ ਪਾਉਣ ਦੀਆਂ ਗੱਲਾਂ ਨਾ ਕਰਨ, ਇਹ ਵਿਰੋਧੀ ਗੱਲਾਂ ਨਾ ਕਰਨ, ਇਹ ਲੋਕਾਂ ਨੂੰ ਭੜਕਾਉਣ ਦੀਆਂ, ਕਿਸੇ ਕੌਮ, ਕਿਸੇ ਭਾਈਚਾਰੇ, ਕਿਸੇ ਜਾਤ ਪਾਤ ਦੇ ਵਿੱਚ ਵੰਡਣ ਦੀਆਂ ਗੱਲਾਂ ਨਾ ਕਰਨ, ਤਾਂ ਇਹਨਾਂ ਨੂੰ ਖਤਰਾ ਥੋੜੀ ਹੋਣਾ। ਫਿਰ ਸਿਕਿਉਰਿਟੀ ਵਰਗੀਆਂ ਹੋਰ ਸਹੂਲਤਾਂ ਕਿਵੇਂ ਮਿਲਣਗੀਆਂ? ਫਿਰ ਸਰਕਾਰਾਂ ਦੇ ਵਿੱਚ ਕੁਰਸੀਆਂ ਕਿਵੇਂ ਮਿਲਣਗੀਆਂ? ਸੱਤਾ ਦੇ ਵਿੱਚ ਕਿਵੇਂ ਆਉਣਗੇ ਇਹ? ਤੇ ਲੋਕ ਜਿਹੜੇ ਵੱਡੇ PM CM ਵਰਗੇ, ਉਹਨਾਂ ਦੀ ਨਿਗਾਹ 'ਚ ਕਿਵੇਂ ਆਉਣਗੇ? ਏਜੰਡਾ ਵੀ ਇਹਨਾਂ ਤੋਂ ਹੀ ਤੈਅ ਹੁੰਦਾ ਨਾ, ਜੋ ਵੱਡਾ ਏਜੰਡਾ ਅਸੀਂ ਤੈਅ ਕਰਦੇ ਨੇ। ਹੁਣ ਪ੍ਰਧਾਨ ਮੰਤਰੀ ਤਾਂ ਕਹੂਗਾ ਨਹੀਂ ਕਿ ਫਲਾਣੀ ਸਾਨੂੰ ਕੌਮ ਤੋਂ ਖਤਰਾ, ਆਹੀ ਮੈਸੇਜ ਦੇਣ ਕਹਿੰਦੇ ਲੋਕਾਂ ਨੂੰ। ਬਿਲਕੁਲ, ਇਹ ਆਪਣੇ ਤੇ ਇਹ ਕਹਿੰਦੇ ਕਿ ਸਾਨੂੰ ਖਤਰਾ ਹੋ ਗਿਆ ਤਾਂ ਤੁਹਾਨੂੰ ਖਤਰਾ ਹੈ। ਬਿਲਕੁਲ, ਉਹ ਆਪਣੇ ਤੇ ਅਸੀਂ ਝੱਲ ਰਹੇ ਹਾਂ ਜੀ ਖਤਰਾ, ਸਾਨੂੰ ਮੌਤ ਦੇ ਘਾਟ, ਅਸੀਂ ਤੁਹਾਡੀ ਗੱਲ ਕੀਤੀ ਤਾਂ ਸਾਨੂੰ ਮੌਤ ਦੇ ਘਾਟ ਉਤਾਰਨ ਦੀ ਧਮਕੀ ਮਿਲੀ। ਇਹ ਲੋਕਾਂ ਨੂੰ ਆਸਾਨ ਮਾਰਦੇ ਨੇ, ਲੋਕਾਂ ਤੇ। ਲੋਕ ਭੋਲੇ ਹੁੰਦੇ ਨੇ, ਇਹਨਾਂ ਦੇ ਗੱਲਾਂ ਦੇ ਵਿੱਚ ਆ ਜਾਂਦੇ ਨੇ। ਤੇ ਇਹ ਗੱਲਾਂ ਇਹੀ ਕਰੀਆਂ ਜਾਂਦੀਆਂ ਨੇ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਚਾਹੇ ਕਲਾਕਾਰ ਨੇ, ਚਾਹੇ ਬਾਬੇ ਨੇ, ਚਾਹੇ ਪੋਲੀਟੀਸ਼ੀਅਨ ਨੇ, ਜਿਨ੍ਹਾਂ ਨੂੰ ਸਿਕਿਉਰਿਟੀ ਜ਼ਿਆਦਾ ਮਿਲੀ ਹੁੰਦੀ ਹੈ, ਜੇ ਉਹਨਾਂ ਦੇ ਰੈਲੀ 'ਚ, ਉਹਨਾਂ ਦੇ ਸਮਾਗਮ 'ਚ, ਜਾਂ ਉਹਨਾਂ ਦੇ ਕਲਾਕਾਰ ਦਾ ਜਿਹੜਾ ਸਟੇਜ ਹੁੰਦੀ ਹੈ ਉਹਦੇ ਸਾਹਮਣੇ ਜਿਹੜੇ ਲੋਕ ਹੁੰਦੇ ਨੇ ਉਹ ਘੱਟ ਹੋਣ, ਫਿਰ ਇਹ ਆਪਣੇ ਪ੍ਰਬੰਧਕਾਂ ਨੂੰ ਗਾਲਾਂ ਕੱਢਦੇ ਨੇ ਕਿ ਸਾਡੇ ਸਮਾਗਮ 'ਚ ਲੋਕ ਕਿਵੇਂ ਘੱਟ ਆ ਗਏ, ਸਾਡੀ ਰੈਲੀ 'ਚ ਲੋਕ ਕਿਵੇਂ ਘੱਟ ਆ ਗਏ। ਠੀਕ ਹੈ, ਜਾਂ ਕਲਾਕਾਰ ਕਹਿੰਦਾ ਕਿ ਗੈਦਰਿੰਗ ਤਾਂ ਹੋਈ ਨਹੀਂ ਹੈਗੀ। ਠੀਕ ਹੈ, ਉੱਦਾਂ ਇਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ। ਉਹ ਲੋਕ ਕਿਤੋਂ ਵੀ ਆਣ, ਕੋਈ ਗੈਂਗਸਟਰ ਆ ਜਾਏ, ਕੋਈ ਚੋਰ ਆ ਜਾਏ, ਕੋਈ ਕੁਛ ਆ ਜਾਏ, ਕੀ ਦੱਸੋ ਰੈਲੀਆਂ ਦੇ ਵਿੱਚ ਜੇਬ ਕਤਰੇ ਨਹੀਂ ਹੁੰਦੇ? ਕੀ ਰੈਲੀਆਂ ਦੇ ਵਿੱਚ ਚੋਰ ਜਾਂ ਹੋਰ ਠੱਗੀ ਠੋਰੀ ਕਰਨ ਵਾਲੇ ਜਾਂ ਕਾਤਲ ਜਾਂ ਜਿਨ੍ਹਾਂ ਨੇ ਅਪਰਾਧ ਕਰੇ ਹੁੰਦੇ ਨੇ ਉਹ ਲੋਕ ਨਹੀਂ ਆਉਂਦੇ ਹੈਗੇ ਗੈਦਰਿੰਗ 'ਚ, ਇਕੱਠਾਂ 'ਚ ਆਉਂਦੇ ਨਹੀਂ? ਆਉਂਦੇ ਨੇ ਨਾ। ਤੇ ਫਿਰ ਸਿਕਿਉਰਿਟੀ ਕਿੱਥੇ ਹੁੰਦੀ ਹੈ? ਇਹ ਆਪ ਸੱਦਦੇ ਨੇ ਨਾਲੇ ਕਿ ਸਾਡੇ ਇਕੱਠਾਂ 'ਚ ਆਓ ਤੁਸੀਂ, ਕਿ ਉਹਨਾਂ ਤੇ ਨਿਗਾਹ ਰੱਖਦੇ ਆ ਵੀ ਇਹ ਬੰਦਾ ਫਲਾਣਾ, ਇਹਦਾ ਅਪਰਾਧ ਖੇਤਰ ਇਹ ਹੈ, ਇਹਦੇ ਤੇ ਨਿਗਾਹ ਰੱਖੋ। ਇੰਨੇ ਕਿੰਨੇ ਕੁ ਸਿਕਿਉਰਿਟੀ ਵਾਲੇ ਹੁੰਦੇ ਨੇ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ। ਜੀ ਨਹੀਂ, ਬਿਲਕੁਲ, ਦੇਖੋ ਸਿਕਿਉਰਿਟੀ ਵਾਲਾ ਤਾਂ ਜੀ ਬਿਲਕੁਲ। ਸੋ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਮੇਰੇ ਖਿਆਲ ਨਾਲ ਸਾਰਿਆਂ ਤੋਂ ਸਾਰੀ ਸਿਕਿਉਰਿਟੀ ਵਾਪਸ ਲੈ ਲੈਣੀ ਚਾਹੀਦੀ ਹੈ, ਜਾਂ ਜਿੰਨੇ ਵੀ ਮੁਲਾਜ਼ਮ ਸਿਕਿਉਰਿਟੀ ਵਾਲੇ ਜਿਹਨੇ ਲੈਣੇ ਨੇ, ਲਏ ਹੋਏ ਨੇ, ਉਹਨਾਂ ਨੂੰ ਕੋਈ ਸਾਰਾ ਖਰਚ ਤਨਖਾਹ ਤੋਂ ਲੈ ਕੇ ਤੁਸੀਂ ਦੇਖਣਾ ਹੈ। ਜਾਂ ਤਾਂ ਰੱਖੋ, ਨਹੀਂ ਵਾਪਸ ਕਰ ਦਿਓ, ਸਰਕਾਰ ਦੇਖੂਗੀ। ਉਹ ਫਿਰ ਲੋਕਾਂ ਦੇ ਕੰਮਾਂ 'ਚ ਲਾਉਣ। ਬਿਲਕੁਲ। ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਲਈ, ਤੁਹਾਡਾ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਦੋਸਤੋ, ਸਾਡੇ ਨਾਲ ਬਣੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣ ਚੈਨਲ ਪੰਜਾਬੀ ਤੇ। ਧੰਨਵਾਦ।